ਜੇ ਆਪਾਂ ਸਦਾ ਵਾਸਤੇ ਸੁਖ ਲੈਣਾ ਚਾਹੁੰਦੇ ਆ ਤਾਂ ਆਪਾਂ ਨੂੰ ਸੱਚੇ ਪਾਤਸ਼ਾਹ ਦੇ ਇਸ ਬਚਨ ਨੂੰ ਮੰਨਣ ਦੀ ਲੋੜ ਏ ਕਿ ਸਿਮਰੋ ਸਿਮਰ ਸਿਮਰ ਸਦਾ ਸੁਖ ਪਾਵੋ। ਇੱਕ ਹੋਰ ਤੁਕ ਹੈਗੀ ਹੈ, ਕਲ ਕਲੇਸ਼ ਤਨ ਮਾਹਿ ਮਿਟਾਵੋ। ਆਪਣੇ ਸਰੀਰ ਦੇ ਜਿਹੜੇ ਕਲੇਸ਼ ਨੇ, ਜੋ ਵੀ ਦੁੱਖ ਤਕਲੀਫਾਂ ਨੇ, ਉਹ ਸਾਰੀਆਂ ਮਿਟਾ ਦਿਓ। ਹੁਣ ਇੱਥੇ ਆਪਾਂ ਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਕਿ ਪ੍ਰਭੂ ਨੂੰ ਸਿਮਰਨਾ ਜਿਹਦੇ ਤੇ ਕੋਈ ਖਰਚਾ ਨਹੀਂ ਹੁੰਦਾ। ਧਿਆਨ ਨਾਲ ਸੁਣਿਓ ਤੇ ਸਮਝਿਓ, ਪ੍ਰਭੂ ਨੂੰ ਸਿਮਰਨ ਕਰਨ ਵਿੱਚ ਕੋਈ ਖਰਚਾ ਨਹੀਂ ਹੈਗਾ। ਏਅਰ ਕੰਡੀਸ਼ਨ ਵੀ ਨਹੀਂ ਲਵਾਉਣਾ ਪੈਂਦਾ, ਹੀਟਰ ਵੀ ਨਹੀਂ ਲਵਾਉਣਾ ਪੈਂਦਾ, ਬਿਜਲੀ ਦਾ ਕਨੈਕਸ਼ਨ ਵੀ ਨਹੀਂ ਲੈਣਾ, ਟਿਊਬਵੈਲ ਵੀ ਨਹੀਂ ਲਵਾਉਣਾ, ਕੈਨੇਡਾ ਅਮਰੀਕਾ ਵੀ ਨਹੀਂ ਜਾਣਾ, ਕੋਈ ਸਰਕਾਰੀ ਨੌਕਰੀ ਭਾਰਤ ਵਿੱਚ ਬਾਹਰਲੇ ਦੇਸ਼ 'ਚ ਨਹੀਂ ਲੱਭਣੀ, ਤੇ ਫਿਰ ਵੀ ਸਦਾ ਵਾਸਤੇ ਲੰਬੇ ਸਮੇਂ ਲਈ ਸੁਖ ਪ੍ਰਾਪਤ ਹੋ ਸਕਦਾ। ਕਿਵੇਂ? ਕਾਲ ਕਲੇਸ਼ ਤਨ ਮਾਹਿ ਮਿਟਾਵੋ। ਜੇ ਅਸੀਂ ਪ੍ਰਭੂ ਨੂੰ ਸਿਮਰਨ ਕਰਦਿਆਂ ਹੋਇਆਂ ਆਪਣੇ ਕਲੇਸ਼ ਮਿਟਾਵਾਂਗੇ, ਤਨ ਤੋਂ ਭਾਵ ਸਰੀਰ ਦੇ ਕਲੇਸ਼ ਮਿਟਾਵਾਂਗੇ, ਮਨ ਦੇ ਕਲੇਸ਼ ਮਿਟਾਵਾਂਗੇ, ਤਾਂ ਹੀ ਸੁਖ ਪ੍ਰਾਪਤ ਹੋਏਗਾ। ਇਹਨਾਂ ਕੰਮਾਂ ਤੇ ਕੋਈ ਖਰਚਾ ਨਹੀਂ ਹੁੰਦਾ। ਗਰੀਬ ਵੀ ਕਰ ਸਕਦਾ, ਅਮੀਰ ਵੀ ਕਰ ਸਕਦਾ, ਮਜ਼੍ਹਬੀ ਵੀ ਕਰ ਸਕਦੇ ਨੇ, ਬ੍ਰਾਹਮਣ ਵੀ ਕਰ ਸਕਦੇ ਨੇ, ਕੋਈ ਵੀ ਇਹ ਕੰਮ ਕਰ ਸਕਦਾ, ਕਦੀ ਵੀ ਕਰ ਸਕਦਾ। ਅਤੇ ਦੂਸਰਾ ਪੱਖ ਇਹਦਾ ਇਹ ਹੈਗਾ ਕਿ ਜਿਹੜੇ ਅਰਬਾਂ ਖਰਬਾਂ ਪਤੀ ਨੇ, ਉਹ ਏਅਰ ਕੰਡੀਸ਼ਨ ਕਮਰੇ 'ਚ ਬੈਠੇ ਹੋਣ, ਠੰਡੇ ਕਿਸੇ ਪਹਾੜ ਉੱਤੇ ਜਾ ਕੇ ਬੈਠੇ ਹੋਣ, ਜੇ ਉਹਨਾਂ ਦੇ ਅੰਦਰ ਕਲੇਸ਼ ਹੈ ਤਾਂ ਉੱਥੇ ਵੀ ਸੁੱਖ ਨਹੀਂ ਮਿਲਦਾ। ਚੰਗੀ ਤਰ੍ਹਾਂ ਸੋਚੋ, ਜਦੋਂ ਆਪਾਂ ਕਲੇਸ਼ ਗ੍ਰਸਤ ਹੋਈਏ ਨਾ, ਰੋਟੀ ਖਾਣ ਨੂੰ ਜੀ ਨਹੀਂ ਕਰਦਾ, ਮੈਂ ਨਹੀਂ ਖਾਣੀ, ਮੈਨੂੰ ਭੁੱਖ ਨਹੀਂ। ਜਦੋਂ ਇਹ ਕਲੇਸ਼ ਹੁੰਦਾ ਹੈ ਅੰਦਰ, ਉਦੋਂ ਰੋਟੀ ਨਹੀਂ ਖਾਣ ਨੂੰ ਜੀ ਕਰਦਾ, ਨਾ ਪਤੀ ਚੰਗਾ ਲੱਗਦਾ, ਨਾ ਪਤਨੀ, ਨਾ ਪ੍ਰੇਮੀ, ਨਾ ਪ੍ਰੇਮਕਾ, ਨਾ ਮੁੰਡਾ, ਨਾ ਕੁੜੀ, ਨਾ ਧਨ ਪਦਾਰਥ, ਕੁਛ ਨਹੀਂ ਚੰਗਾ ਲੱਗਦਾ। ਫਿਰ ਗੁਰੂ ਜੀ ਤਾਂ ਬਚਨ ਕਰਦੇ ਨੇ ਸਦਾ ਵਾਸਤੇ ਸੁਖ, ਉਸ ਦੀ ਵੀ ਸੁਖ ਪ੍ਰਾਪਤ ਹੁੰਦਾ ਪ੍ਰਭੂ ਨੂੰ ਸਿਮਰਨ ਕੀਤਿਆਂ। ਪ੍ਰਭੂ ਨੂੰ ਸਿਮਰਨ ਕਰਨ ਦਾ ਅਰਥ ਬੜਾ ਲੰਬਾ ਚੌੜਾ ਔਰ ਵੱਖੋ ਵੱਖਰੇ ਅਰਥ ਨੇ। ਸਾਰੇ ਮਹਾਤਮਾ ਵੱਖੋ ਵੱਖਰੇ ਅਰਥ ਕਰਦੇ ਨੇ। ਉਹਦਾ ਅਰਥ ਕੀ ਹੈ ਕਿ ਸਿਰਫ ਰਾਮ ਰਾਮ ਕਰੀ ਜਾਓ, ਜਾਂ ਜੋ ਵੀ ਕੋਈ ਨਾਮ ਜੀ ਕਰਦਾ ਪ੍ਰਭੂ ਦਾ ਉਹ ਜਪੀ ਜਾਓ ਅਤੇ ਵਿਚਾਰਵਾਨ ਨਾ ਬਣੋ। ਕੀ ਉਹਦਾ ਅਰਥ ਇਹ ਹੈ? ਕੀ ਉਹਦਾ ਅਰਥ ਇਹ ਹੈ ਕਿ ਪ੍ਰਭੂ ਨੂੰ ਸਿਮਰਨ ਕਰੋ, ਉਹਦਾ ਨਾਮ ਜਪੋ, ਪਰੰਤੂ ਜੋ ਸਤਿਗੁਰੂ ਜੀ ਨੇ ਆਦੇਸ਼ ਕੀਤਾ ਬਾਣੀ ਵਿੱਚ ਉਹਨੂੰ ਨਾ ਮੰਨੋ? ਨਹੀਂ, ਉੱਥੇ ਸਤਿਗੁਰੂ ਜੀ ਦਾ ਆਦੇਸ਼ ਹੈਗਾ ਕਿ ਸਤਿਗੁਰ ਕਾ ਉਪਦੇਸ਼ ਸੁਣ ਤੂੰ, ਹੋਵੈ ਤੇਰੇ ਨਾਲੇ। ਸਤਿਗੁਰੂ ਦਾ ਉਪਦੇਸ਼ ਸੁਣ, ਉਹਨੂੰ ਆਪਣੇ ਹਿਰਦੇ 'ਚ ਵਸਾ, ਉਹ ਸਦਾ ਹੀ ਤੇਰੇ ਨਾਲ ਰਹੇਗਾ ਅਤੇ ਸੁੱਖ ਸਾਨੂੰ ਉਹਦੇ ਨਾਲ ਹੀ ਪ੍ਰਾਪਤ ਹੋਵੇਗਾ। ਤੇ ਸਤਿਗੁਰੂ ਦਾ ਉਪਦੇਸ਼ ਕੀ ਹੈ? ਜੋ ਮੈਂ ਕੱਲ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਕੌੜਾ ਫਿੱਕਾ ਨਾ ਬੋਲੋ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗਾ ਸਟੀਐ ਮੋ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਐ ਪਾਣਾ ਲਹੈ ਸੀਐ। ਸੋ ਸਤਿਗੁਰੂ ਦਾ ਹੁਕਮ ਇਹ ਹੈ, ਫਿੱਕਾ ਨਹੀਂ ਬੋਲਣਾ। ਇੱਕ ਫਿੱਕਾ ਨਾ ਗਲ ਆਏ, ਸਭਨਾ ਮੈਂ ਸੱਚਾ ਧਣੀ। ਪ੍ਰਭੂ ਸਾਰਿਆਂ ਵਿੱਚ ਹੀ ਵਸਦਾ ਹੈ, ਇਸ ਕਰਕੇ ਫਿੱਕਾ ਨਾ ਬੋਲ, ਭੈੜਾ ਨਾ ਬੋਲ, ਗਾਲਾਂ ਨਾ ਕੱਢ। ਉਹ ਸਾਧ ਸੰਗਤ ਜੀ, ਜੇ ਆਪਾਂ ਪ੍ਰਭੂ ਨੂੰ ਸਿਮਰਨ ਕਰਦੇ ਹਾਂ ਤਾਂ ਫਿਰ ਜਿਹੜਾ ਇਹ ਬਚਨ ਹੈ, ਇੱਕ ਫਿੱਕਾ ਨਾ ਗਲ ਆਏ, ਸਭਨਾ ਮੈਂ ਸੱਚਾ ਧਣੀ। ਸਾਰਿਆਂ ਵਿੱਚ ਪ੍ਰਭੂ ਵਸਦਾ ਹੈ। ਜਦੋਂ ਤੂੰ ਕਿਸੇ ਨੂੰ ਵੀ ਫਿੱਕਾ ਬੋਲਦਾ ਨਾ, ਤੂੰ ਪ੍ਰਭੂ ਨੂੰ ਫਿੱਕਾ ਬੋਲਦਾ ਹੈ। ਕੀ ਆਪਾਂ ਇਹ ਬਚਨ ਮੰਨ ਸਕਦੇ ਹਾਂ ਕਿ ਕਿਸੇ ਨੂੰ ਵੀ ਫਿੱਕਾ ਨਹੀਂ ਬੋਲਣਾ? ਕਿਉਂਕਿ ਦੂਸਰੇ ਵਿੱਚ ਵੀ ਅਸੀਂ ਪ੍ਰਭੂ ਦਾ ਰੂਪ ਵੇਖਣਾ। ਵਿਚਾਰ ਕਰੋ, ਇਸ ਬਚਨ ਮੰਨਣ ਤੇ ਕਿੰਨਾ ਕੁ ਖਰਚਾ ਆਏਗਾ? ਧਿਆਨ ਨਾਲ ਸੋਚਿਓ ਜੀ, ਕਿੰਨਾ ਕੁ ਖਰਚਾ ਆਏਗਾ ਇਸ ਬਚਨ ਮੰਨਣ ਤੇ? ਕੋਈ ਖਰਚਾ ਨਹੀਂ, ਕੇਵਲ ਤੇ ਕੇਵਲ ਅਭਿਆਸ ਹੈ। ਆਪਣੇ ਮਨ ਦੇ ਵਿੱਚ ਅਭਿਆਸ ਕਰਨਾ ਕਿ ਮੈਂ ਫਿੱਕਾ ਨਹੀਂ ਬੋਲਣਾ, ਮੈਂ ਫਿੱਕਾ ਨਹੀਂ ਬੋਲਣਾ, ਕੌੜਾ ਨਹੀਂ ਬੋਲਣਾ, ਚਿੜਨਾ ਨਹੀਂ, ਮੈਂ ਗੁੱਸੇ ਨਾਲ ਨਹੀਂ ਬੋਲਣਾ। ਬੜੀ ਵਾਰੀ ਦਿਨ 'ਚ ਆਪਣੇ ਆਪ ਨੂੰ ਦੱਸੀ ਜਾਓਗੇ, ਬੜੀ ਵਾਰੀ ਦੱਸੀ ਜਾਓਗੇ, ਤਾਂ ਹੌਲੀ ਹੌਲੀ ਸਾਡੀ ਆਦਤ ਬਦਲ ਜਾਏ। ਸੋ ਸਿਮਰੋ ਸਿਮਰ ਸਿਮਰ ਸਦਾ ਸੁਖ ਪਾਵੋ, ਕਾਲ ਕਲੇਸ਼ ਤਨ ਮਾਹਿ ਮਿਟਾਵੋ। ਸਾਡੇ ਕਲੇਸ਼ ਦੇ ਕਾਰਨ ਭਾਵੇਂ ਹੋਰ ਵੀ ਕਈ ਹੈਗੇ ਨੇ, ਪਰ ਸਭ ਤੋਂ ਵੱਡਾ ਇੱਕ ਕਾਰਨ ਅਸੀਂ ਭੈੜਾ ਬੋਲਦੇ ਹਾਂ, ਇੱਕ ਦੂਸਰੇ ਨੂੰ ਤਿੱਖੇ ਚੁਭਵੇਂ ਬਚਨ ਕਰ ਜਾਂਦੇ ਹਾਂ, ਉਹ ਕਲੇਸ਼ ਦਾ ਇੱਕ ਕਾਰਨ ਹੈ। ਅਤੇ ਕਲੇਸ਼ ਕਰਕੇ
ਜਦੋਂ ਸਾਡੇ ਮਨ 'ਚ ਕਲੇਸ਼ ਹੁੰਦਾ ਫਿਰ ਉਹਦੇ ਕਰਕੇ ਸਾਡੇ ਸਰੀਰ ਨੂੰ ਵੀ ਬਹੁਤ ਸਾਰੇ ਰੋਗ ਲੱਗਦੇ ਨੇ। ਕਿਸੇ ਨੂੰ ਟੱਟੀਆਂ ਲੱਗ ਗਈਆਂ, ਉਲਟੀਆਂ ਲੱਗ ਗਈਆਂ, ਕਿਸੇ ਨੂੰ ਛਪਾਕੀ ਨਿਕਲ ਆਈ, ਕਿਸੇ ਨੂੰ ਪੇਟ 'ਚ ਹਵਾ ਹੋ ਗਈ, ਕਿਸੇ ਨੂੰ ਤੇਜ਼ਾਬ ਬਣਨਾ ਸ਼ੁਰੂ ਹੋ ਗਿਆ। ਵੱਖੋ ਵੱਖਰੇ ਰੂਪ ਦੇ ਵਿੱਚ ਉਹ ਫਿਰ ਕਈ ਢੰਗਾਂ ਨਾਲ ਸਾਡੇ ਸਰੀਰ ਤੇ ਉਹਦੀ ਪ੍ਰਤੀਕਿਰਿਆ ਹੁੰਦੀ ਹੈ। ਕਿਰਿਆ ਤੇ ਕਿਰਿਆ ਦੀ ਪ੍ਰਤੀਕਿਰਿਆ ਹੁੰਦੀ। ਸੋ ਇਸ ਕਰਕੇ ਮੇਰੀ ਬੇਨਤੀ ਪ੍ਰਵਾਨ ਕਰੋ, ਜੋ ਮੈਂ ਕੱਲ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਕੌੜਾ ਬੋਲਣਾ ਛੱਡੋ, ਮਿੱਠੇ ਬਚਨ ਕਰੋ। ਜਿੰਨੀ ਗੱਲ ਕਰਨੀ ਹੈ ਮਿੱਠੇ ਬਚਨਾਂ ਵਿੱਚ, ਭਾਵੇਂ 100% ਨਹੀਂ ਸੰਭਵ ਹੈਗਾ, ਪਰ 90% ਬਚਨ ਆਪਾਂ ਮਿੱਠੇ ਅਤੇ ਸ਼ਾਂਤੀਪੂਰਵਕ ਕਰਕੇ, ਮੱਧਮ ਆਵਾਜ਼ ਵਿੱਚ ਕਰਕੇ ਆਪਣੀ ਗੱਲ ਸਮਝਾ ਸਕਦੇ ਹਾਂ। ਕਈ ਵਾਰੀ ਸਾਨੂੰ ਸੱਚੀ ਮੁੱਚੀ ਕਰੜੇ ਬਚਨ ਤੇ ਕਰੜੀ ਭਾਸ਼ਾ ਵਿੱਚ ਕਰਨੇ ਪੈਂਦੇ ਨੇ, ਪਰ ਉਹ ਵੀ ਭੈੜੇ ਸ਼ਬਦ ਗਾਲਾਂ ਕੱਢਣ ਤੋਂ ਬਿਨਾਂ ਵੀ ਕੀਤੇ ਜਾ ਸਕਦੇ ਨੇ। ਇਸ ਕਰਕੇ ਭੈੜੀਆਂ ਗੱਲਾਂ ਕਰਕੇ ਆਪਣੇ ਪਰਿਵਾਰ ਵਿੱਚ ਕਲੇਸ਼ ਨਾ ਪਾਓ, ਆਪਣੇ ਸਰੀਰ ਵਿੱਚ ਵੀ ਕਲੇਸ਼ ਨਾ ਵਧਾਓ, ਅਤੇ ਆਪਣਾ ਜੀਵਨ ਸੁਖੀ ਕਰਨ ਵਾਸਤੇ ਸੋਚੋ, ਵਿਚਾਰੋ ਅਤੇ ਉਹਨੂੰ ਸੁਖੀ ਕਰੋ। ਸੱਚੀ ਮੁੱਚੀ ਕਰਕੇ ਵੇਖੋ ਕੀ ਬਣਦਾ। ਹੁਣ ਸਿਮਰੋ ਸਿਮਰ ਸਿਮਰ ਸਦਾ ਸੁਖ ਪਾਵੋ। ਪ੍ਰਭੂ ਦਾ ਸਿਮਰਨ ਕਰਨਾ, ਨਾਮ ਜਪਣਾ, ਇਹ ਫਿਰ ਦੋ ਚੀਜ਼ਾਂ ਵੱਖੋ ਵੱਖ। ਨਾਮ ਰਸਨਾ ਨਾਲ ਜਪਿਆ ਜਾਂਦਾ, ਸਿਮਰਨ ਮਨ ਕਰਕੇ ਹੁੰਦਾ। ਹਾਲਾਂਕਿ ਨਾਮ ਜਪਣ ਨੂੰ ਵੀ ਸਿਮਰਨ ਕਿਹਾ ਜਾਂਦਾ, ਕਹਿ ਦਿੰਦੇ ਨੇ ਕਈ, ਉਹ ਕੋਈ ਮਾੜੀ ਗੱਲ ਨਹੀਂ। ਭਾਵ ਤਾਂ ਇਹ ਹੈ ਕਿ ਉਹਨਾਂ ਸ਼ਬਦਾਂ ਦਾ ਅਸੀਂ ਅਸਲ ਵਿੱਚ ਅਰਥ ਕੀ ਕੱਢਣਾ ਤੇ ਉਸ ਗੱਲ ਨੂੰ ਸਮਝਣਾ ਕਿਵੇਂ ਹੈ। ਰਸਨਾ ਕਰਕੇ ਹਰ ਵੇਲੇ ਨਾਮ ਜਪਣਾ ਔਖੀ ਗੱਲ ਹੈ। ਵਿਹਲੇ ਸਮੇਂ ਜਪਿਆ ਜਾ ਸਕਦਾ, ਪਰੰਤੂ ਸਿਮਰਨ ਕਰਨਾ ਭਾਵ ਯਾਦ ਕਰਨਾ, ਉਹ ਤਾਂ ਬਹੁਤਾ ਸਮਾਂ ਆਪਾਂ ਕਰ ਸਕਦੇ ਹਾਂ, ਕਾਰ ਵਿਹਾਰ ਕਰਦਿਆਂ ਵੀ ਕਰ ਸਕਦੇ ਹਾਂ। ਜਦੋਂ ਅਸੀਂ ਰਸਨਾ ਨਾਲ ਕੋਈ ਹੋਰ ਗੱਲਬਾਤ ਕਰਦੇ ਹਾਂ, ਉਸ ਸਮੇਂ ਵੀ ਅਸੀਂ ਸਿਮਰਨ ਕਰ ਸਕਦੇ ਹਾਂ। ਸੋ ਸਿਮਰਨ ਕਰਨ ਤੋਂ ਬਾਅਦ ਸਾਨੂੰ ਇਹ ਪ੍ਰਾਪਤੀ ਹੋਣੀ ਜ਼ਰੂਰੀ ਹੈ, ਤੇ ਉਹ ਪ੍ਰਾਪਤੀ ਹੁੰਦੀ ਹੈ ਕਥਾ ਸੁਣ ਕੇ, ਸਤਿਗੁਰੂ ਦਾ ਉਪਦੇਸ਼ ਸੁਣ ਕੇ, ਸਾਧ ਸੰਗਤ ਕਰਕੇ। ਕੀ ਪ੍ਰਾਪਤੀ ਹੁੰਦੀ ਹੈ ਕਿ ਕਲ ਕਲੇਸ਼ ਤਨ ਮਾਹਿ ਮਿਟਾਵੋ, ਸਾਡੇ ਕਲੇਸ਼ ਮਿਟਦੇ ਨੇ। ਜੇ ਨਹੀਂ ਮਿਟਦੇ ਤਾਂ ਇਹਦਾ ਮਤਲਬ ਸਾਧ ਸੰਗਤ ਦੇ ਵਿੱਚੋਂ ਅਸੀਂ ਉਪਦੇਸ਼ ਗ੍ਰਹਿਣ ਨਹੀਂ ਕੀਤਾ, ਅਸੀਂ ਨਿਮਰਤਾ ਧਾਰਨ ਨਹੀਂ ਕੀਤੀ, ਸਿਰਫ ਮੂੰਹ ਨਾਲ ਹੀ ਕਿਸੇ ਮੰਤਰ ਦਾ ਜਾਪ ਕੀਤਾ, ਪਰ ਅਸੀਂ ਅੰਦਰ ਨਹੀਂ ਵਸਾਇਆ ਪ੍ਰਭੂ ਨੂੰ। ਰਾਮ ਰਾਮ ਕਰਦਿਆਂ ਤੇਰੀ ਜੇਬਾ ਕੱਸ ਗਈ, ਤੇਰੇ ਅੰਦਰ ਰਾਮ ਨਾ ਵਸਿਆ, ਇਹ ਕੀ ਧਾੜ ਪਈ। ਸੋ ਇਸ ਕਰਕੇ ਅੰਦਰ ਰਾਮ ਨੂੰ ਵਸਾਉਣ ਦੀ ਲੋੜ ਏ। ਉਹਦੇ ਨਾਮ ਤਾਂ ਸਾਰੇ ਹੀ ਨੇ, ਰਾਮ ਵੀ, ਅੱਲਾ ਵੀ ਹੈ, ਪ੍ਰਭੂ ਵੀ ਹੈ, ਖੁਦਾ ਵੀ ਹੈ, ਤੇ ਕੋਈ ਵੀ ਹੋ ਸਕਦਾ। ਪਰੰਤੂ ਜੋ ਅਸੀਂ ਮੰਨ ਕੇ ਚੱਲਦੇ ਹਾਂ, ਅਸੀਂ ਰਾਮ ਮੰਨ ਕੇ ਚੱਲਦੇ ਹਾਂ, ਅਤੇ ਉਸ ਰਾਮ ਨੂੰ ਅੰਦਰ ਵਸਾਉਣ ਦਾ ਮਤਲਬ ਇਹ ਹੈ ਕਿ ਨਿਰਾ ਮੇਰੇ ਅੰਦਰ ਨਹੀਂ, ਬਾਕੀਆਂ ਵਿੱਚ ਵੀ ਹੈਗਾ। ਸਭਨਾ ਮੈਂ ਸੱਚਾ ਧਣੀ, ਸਾਰਿਆਂ ਵਿੱਚ ਪ੍ਰਭੂ ਵਸਦਾ। ਜਦੋਂ ਆਪਾਂ ਸਾਰਿਆਂ 'ਚ ਹੀ ਪ੍ਰਭੂ ਨੂੰ ਵੇਖਾਂਗੇ, ਫਿਰ ਆਪਾਂ ਫਿੱਕਾ ਕਿਵੇਂ ਬੋਲਾਂ? ਜਰਾ ਵਿਚਾਰ ਕਰੋ। ਸੋ ਮੇਰੀ ਬੇਨਤੀ ਹੈ ਸਾਧ ਸੰਗਤ ਜੀ ਕਿ ਆਪ ਜੀ ਅਭਿਆਸ ਕਰੋ ਕਿ ਅਸੀਂ ਫਿੱਕਾ ਨਹੀਂ ਬੋਲਣਾ। ਅਭਿਆਸ ਕਰੋ ਅਸੀਂ ਚਿੜਨਾ ਨਹੀਂ। ਲੱਗਦੇ ਚਾਰੇ, ਭਾਵੇਂ ਸਦਾ ਨਹੀਂ ਮੈਂ ਕਹਿੰਦਾ, ਪਰ ਲੱਗਦੇ ਚਾਰੇ ਜੇ ਸਾਨੂੰ ਕੋਈ ਫਿੱਕਾ ਬੋਲ ਵੀ ਜਾਵੇ ਤਾਂ ਅਸਾਂ ਉਸ ਗੱਲ ਨੂੰ ਅਣਗੌਲੀ ਕਰ ਦੇਣਾ। ਸਤਿਗੁਰੂ ਰਾਮ ਸਿੰਘ ਜੀ ਦੇ ਬਚਨ 'ਚ ਕੋਈ ਤੁਹਾਨੂੰ ਫਿੱਕਾ ਬੋਲੇ ਤੁਸੀਂ ਤਾਂ ਵੀ ਖਿਮਾ ਕਰਨੀ। ਸੋ ਇਸ ਕਰਕੇ ਕੋਈ ਫਿੱਕਾ ਬੋਲੇ ਵੀ, ਕੌੜਾ ਬਚਨ ਕਰੇ ਵੀ, ਅੱਗੋਂ ਹੱਸ ਕੇ ਉਹਦਾ ਉੱਤਰ ਦਿਓ, ਨਹੀਂ ਤੇ ਚੁੱਪ ਕਰਕੇ ਟਾਲ ਵੱਟ ਜਾਓ। ਪਰ ਇਹਦਾ ਇਹ ਨਹੀਂ ਮਤਲਬ ਕਿ ਉਹ ਲਗਾਤਾਰ ਹੀ ਤੁਹਾਨੂੰ ਗਾਲਾਂ ਕੱਢੀ ਜਾਵੇ, ਨਹੀਂ, ਉਹ ਵੀ ਗੱਲ ਠੀਕ ਨਹੀਂ ਗੀ, ਉਹਦਾ ਵੀ ਹੱਲ ਕਰਨ ਦੀ ਲੋੜ ਹੈ। ਪਰੰਤੂ ਛੋਟੀ ਮੋਟੀ ਗੱਲ ਤੇ ਗਰਮ ਨਹੀਂ ਹੋਣਾ, ਅੱਗੋਂ ਭੈੜਾ ਨਹੀਂ ਬੋਲਣਾ। ਆਪਾਂ ਭੈੜਾ ਕਦੋਂ ਬੋਲਦੇ ਹਾਂ? ਜਦੋਂ ਸਾਨੂੰ ਗੁੱਸਾ ਆਉਂਦਾ, ਜਦੋਂ ਅਸੀਂ ਚਿੜ ਜਾਂਦੇ ਹਾਂ। ਤੇ ਸਾਨੂੰ ਗੁੱਸਾ ਕਦੋਂ ਆਉਂਦਾ? ਜਦੋਂ ਸਾਡੀ ਇੱਛਾ ਦੇ ਵਿਰੁੱਧ ਕੁਝ ਹੁੰਦਾ। ਸਾਡੀ ਇੱਛਾ ਦੇ ਵਿਰੁੱਧ ਜਦੋਂ ਕੁਝ ਹੁੰਦਾ, ਉਦੋਂ ਬੜਾ ਗੁੱਸਾ ਆਉਂਦਾ। ਜਿਹੜਾ ਮਨੁੱਖ ਸਾਡੀ ਇੱਛਾ ਦੇ ਵਿਰੁੱਧ ਕੰਮ ਕਰਦਾ, ਉਹ ਸਾਨੂੰ ਬਹੁਤ ਭੈੜਾ ਲੱਗਦਾ। ਪਰ ਇੱਥੇ ਵੀ ਇੱਕ ਬਹੁਤ ਵੱਡਾ ਫਰਕ ਹੈ। ਜੇ ਸਾਡੀ ਇੱਛਾ ਦੇ ਵਿਰੁੱਧ ਕਾਰਜ ਕਰਨ ਵਾਲਾ ਸਾਡੇ ਤੋਂ ਮਾੜਾ ਹੋਵੇ, ਆਪਾਂ ਉਹਨੂੰ ਦੋ ਠੋਕ ਵੀ ਦਿੰਦੇ ਹਾਂ, ਉਹਨੂੰ ਭੈੜਾ ਬੋਲਦੇ ਹਾਂ, ਗਾਲਾਂ ਕੱਢ ਲੈਂਦੇ ਹਾਂ। ਜੇ ਉਹ ਤਗੜਾ ਹੋਵੇ ਫਿਰ ਆਪਾਂ ਆਪਣਾ ਗੁੱਸਾ ਵਿੱਚੇ ਵਿੱਚ ਪੀ ਜਾਂਦੇ ਹਾਂ। ਇਸੇ ਕਰਕੇ ਕਿਸੇ ਨੇ ਕਿਹਾ ਸੀ, ਉਹਨੇ ਆਖਿਆ ਮੈਨੂੰ ਤਗੜੇ ਤੇ ਰਹਿਮ ਬੜਾ ਆਉਂਦਾ ਤੇ ਮਾੜੇ ਤੇ ਗੁੱਸਾ ਬੜਾ ਆਉਂਦਾ। ਇੱਥੇ ਵੀ ਸਾਡੇ ਗੁੱਸੇ ਦਾ ਫਰਕ ਪੈ ਜਾਂਦਾ, ਇੱਕੋ ਜਿਹਾ ਨਹੀਂ ਆਉਂਦਾ। ਥਾਣੇਦਾਰ ਸਾਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਵੀ ਕੱਢ ਲੈਣ। ਜਿਹੜੇ ਵੱਡੇ ਵੱਡੇ ਅਧਿਕਾਰੀ ਨੇ, ਉਹ ਸਾਡੇ ਵਿਰੁੱਧ ਕਿੰਨੇ ਗਲਤ ਫੈਸਲੇ ਕਰ ਦੇਣ, ਸਾਡੇ ਤੇ ਕਿੰਨੇ ਅਤਿਆਚਾਰ ਕਰ ਲੈਣ, ਆਪਾਂ
ਉਹਨਾਂ ਨੂੰ ਗਾਲਾਂ ਨਹੀਂ ਕੱਢ ਸਕਦੇ, ਨਹੀਂ ਕੱਢਦੇ, ਉਹਨਾਂ ਤੇ ਆਪਾਂ ਓਨੇ ਔਖੇ ਨਹੀਂ ਹੁੰਦੇ ਜਿੰਨੇ ਆਪਾਂ ਇੱਕ ਸਧਾਰਨ ਮਨੁੱਖ ਤੇ ਆਪਣੇ ਪਰਿਵਾਰ 'ਚ ਜਾਂ ਕਿਸੇ ਤੇ ਹੋ ਜਾਂਦੇ ਹਾਂ। ਕਿਉਂ? ਇਸ ਕਰਕੇ ਆਪਾਂ ਨੂੰ ਵਿਚਾਰਵਾਨ ਬਣਨ ਦੀ ਲੋੜ ਹੈ, ਅਤੇ ਵਿਚਾਰਵਾਨ ਬਣ ਕੇ ਇਹ ਮੰਨਣ ਦੀ ਲੋੜ ਹੈ ਕਿ ਸਾਡਾ ਜੀਵਨ ਸੁਖੀ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਚਿੜਨਾ ਛੱਡੀਏ, ਭੈੜਾ ਬੋਲਣਾ ਛੱਡੀਏ ਅਤੇ ਆਪਸ ਵਿੱਚ ਪ੍ਰੇਮ ਪੂਰਵਕ ਬਚਨ ਕਰਕੇ ਜਿਹੜੀ ਵੀ ਕੋਈ ਸਮੱਸਿਆ ਹੋਵੇ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰੀਏ। ਉਹਦੇ ਵਾਸਤੇ ਵਿਚਾਰਵਾਨ ਬਣਨਾ ਅਤਿਅੰਤ ਜ਼ਰੂਰੀ ਹੈ। ਪਹਿਲਾਂ ਤਾਂ ਆਪਾਂ ਨੂੰ ਬੜੀ ਵਾਰੀ ਇਹ ਹੀ ਨਹੀਂ ਪਤਾ ਲੱਗਦਾ ਕਿ ਸਮੱਸਿਆ ਕੀ ਹੈ। ਮੇਰੇ ਢਿੱਡ ਪੀੜ ਹੋ ਰਹੀ ਹੈ ਕਿ ਸਿਰ ਪੀੜ ਹੋ ਰਹੀ ਹੈ। ਹੁੰਦਾ ਕੀ ਹੈ, ਜੇ ਆਪਣੇ ਕਦੀ ਦੰਦ ਪੀੜ ਹੋਈ ਹੋਵੇ ਨਾ, ਜੇ ਦੰਦ 'ਚ ਪੀੜ ਹੁੰਦੀ ਹੋਵੇ ਤਾਂ ਉਹ ਇੰਨੀ ਦੂਰ ਤੱਕ ਚਲੀ ਜਾਂਦੀ ਹੈ ਕਿ ਸਾਨੂੰ ਇਹ ਹੀ ਨਹੀਂ ਪਤਾ ਲੱਗਦਾ ਕਿਹੜੇ ਦੰਦ 'ਚ ਪੀੜ ਹੋ ਰਹੀ ਹੈ। ਉਹ ਸਾਰੇ ਮਸੂੜੇ 'ਚ ਹੀ ਹੋਣ ਲੱਗ ਪੈਂਦੀ ਹੈ। ਕਈ ਵਾਰੀ ਤਾਂ ਉਹਦੇ ਨਾਲ ਸੁੰਡਾ ਚੜ ਜਾਂਦਾ, ਜਿਵੇਂ ਆਪਣੇ ਪੱਟ ਦੇ ਮੁੱਢ 'ਚ ਇੱਕ ਸੁੰਡਾ ਚੜਦਾ, ਇਸ ਤਰ੍ਹਾਂ ਹੀ ਉੱਥੇ ਵੀ ਚੜ ਜਾਂਦਾ। ਆਪਣੇ ਗਲ ਦੇ ਵਿੱਚ ਜਾ ਕੇ ਜਬਾੜੇ ਦੇ ਅਖੀਰ 'ਚ ਇੱਕ ਸੁੰਡਾ ਚੜ ਜਾਂਦਾ ਤੇ ਸਾਡਾ ਸਾਰਾ ਹੀ ਜਬਾੜਾ ਦੁਖੀ ਜਾਂਦਾ, ਮਸੂੜਾ ਦੁਖੀ ਜਾਂਦਾ, ਸਾਨੂੰ ਪਤਾ ਹੀ ਨਹੀਂ ਕਿੱਥੇ ਦਰਦ ਹੋ ਰਹੀ। ਇਸੇ ਤਰ੍ਹਾਂ ਆਪਾਂ ਨੂੰ ਜਦੋਂ ਗੁੱਸਾ ਆਉਂਦਾ, ਅਸੀਂ ਜਦੋਂ ਵਿਚਾਰਵਾਨ ਨਹੀਂ ਹੁੰਦੇ, ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਸਲੀ ਸਮੱਸਿਆ ਕੀ ਹੈ। ਜਦੋਂ ਸਾਨੂੰ ਅਸਲੀ ਸਮੱਸਿਆ ਦਾ ਹੀ ਨਹੀਂ ਪਤਾ ਲੱਗਦਾ, ਫਿਰ ਅਸੀਂ ਬਿਨਾਂ ਕਾਰਨ ਤੋਂ ਜਿਹੜੀਆਂ ਗੱਲਾਂ ਦੀ ਲੋੜ ਨਹੀਂ, ਐਸੀਆਂ ਗੱਲਾਂ ਆਪਣੀ ਜ਼ੁਬਾਨ ਤੋਂ ਕੱਢ ਜਾਂਦੇ ਹਾਂ ਅਤੇ ਬਿਨਾਂ ਕਾਰਨੋਂ ਚਿੜ ਕੇ, ਬਿਨਾਂ ਕਾਰਨੋਂ ਕ੍ਰੋਧਿਤ ਹੋ ਕੇ ਕਿਸੇ ਦਾ ਗੁੱਸਾ ਕਿਸੇ ਹੋਰ ਤੇ ਕੱਢ ਦਿੰਦੇ ਹਾਂ ਅਤੇ ਸਮੱਸਿਆ ਦਾ ਕੋਈ ਹੱਲ ਨਹੀਂ ਬਣਦਾ, ਪਰਿਵਾਰ 'ਚ ਕਲੇਸ਼ ਵੱਧਦਾ। ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਵਿਚਾਰਵਾਨ ਬਣੋ। ਗੁਰੂ ਕਾ ਹੁਕਮ ਹੈ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਵਿਚਾਰਵਾਨ ਬਣ ਕੇ ਜਿਸ ਗੱਲ ਤੋਂ ਪਰਿਵਾਰ 'ਚ ਘਰ ਵਿੱਚ ਕਲੇਸ਼ ਹੁੰਦਾ ਹੋਵੇ, ਤੁਹਾਨੂੰ ਆਪਣੇ ਅੰਦਰ ਤਕਲੀਫ ਹੁੰਦੀ ਹੋਵੇ, ਉਸ ਗੱਲ ਨੂੰ ਵਿਚਾਰਨਾ ਸ਼ੁਰੂ ਕਰੋ ਕਿ ਮੈਨੂੰ ਗੁੱਸਾ ਆ ਰਿਹਾ, ਇਸ ਤਰ੍ਹਾਂ ਹੋ ਰਿਹਾ, ਇਸ ਤਰ੍ਹਾਂ ਹੋ ਰਿਹਾ ਮੇਰੇ ਮਨ ਦੇ ਵਿੱਚ, ਤੇ ਮੈਂ ਉਹਦਾ ਕਾਰਨ ਕੀ ਹੈ। ਕਾਰਨ ਜਾਣੋ ਨਾ, ਪਹਿਲਾਂ ਤਾਂ ਕਾਰਨ ਜਾਣਾਂਗੇ ਤਾਂ ਹੀ ਨਿਵਾਰਣ ਹੋਏਗਾ। ਜਿਵੇਂ ਲਾਲ ਮਿਰਚਾਂ ਖਾਣ ਕਰਕੇ ਛਾਤੀ ਪੱਕੀ ਹੈ ਕਿ ਠੰਡੀਆਂ ਚੀਜ਼ਾਂ ਖਾਣ ਕਰਕੇ ਜ਼ਿਆਦਾ ਛਾਤੀ ਪੱਕ ਗਈ ਹੈ। ਕਾਰਨ ਕੀ ਹੋਇਆ? ਜੇ ਆਪਾਂ ਲਾਲ ਮਿਰਚਾਂ ਖਾਣ ਕਰਕੇ ਛਾਤੀ ਪੱਕੀ, ਲਾਲ ਮਿਰਚਾਂ ਹੋਰ ਖਾਈ ਜਾਵਾਂਗੇ ਤੇ ਛਾਤੀ ਪੱਕਣੋਂ ਨਹੀਂ ਹਟੇਗੀ। ਕਾਰਨ ਦਾ ਨਿਵਾਰਣ ਕਰਨਾ ਜ਼ਰੂਰੀ ਹੈ। ਇਸ ਕਰਕੇ ਕਾਰਨ ਜਾਣੋ ਔਰ ਆਤਮ ਵਿਸ਼ਲੇਸ਼ਣ ਕਰਕੇ ਇਹ ਸਮਝੋ, ਆਪਣੇ ਆਪ ਦੇ ਵਿੱਚ ਸਮਝੋ ਕਿ ਕੀ ਮੈਂ ਭੈੜਾ ਤਾਂ ਨਹੀਂ ਬੋਲਦਾ, ਕੀ ਮੈਨੂੰ ਬਿਨਾਂ ਕਾਰਨ ਤੋਂ ਗੁੱਸਾ ਤਾਂ ਨਹੀਂ ਆਉਂਦਾ। ਤੁਹਾਡਾ ਪਰਿਵਾਰ ਦਾ ਕੋਈ ਜੀ ਕਹਿੰਦਾ ਕਿ ਤੈਨੂੰ ਬਿਨਾਂ ਕਾਰਨੋਂ ਗੁੱਸਾ ਆਉਂਦਾ, ਤਾਂ ਉਹਦੀ ਗੱਲ ਨੂੰ ਖਿੜੇ ਮੱਥੇ ਪ੍ਰਵਾਨ ਕਰੋ। ਤੂੰ ਬਹੁਤ ਚੰਗਾ ਕੀਤਾ ਜਿਹੜਾ ਮੈਨੂੰ ਦੱਸਦਾ, ਮੈਂ ਇਹਦੇ ਤੇ ਧਿਆਨ ਕਰਦਾ। ਜਿਹਨੇ ਕਹਿਣਾ ਉਹ ਵੀ ਪ੍ਰੇਮ ਨਾ ਕਹੋ। ਸੋ ਜੇ ਇਸ ਤਰ੍ਹਾਂ ਕਰੋਗੇ ਤਾਂ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਕਾਲ ਕਲੇਸ਼ ਤਨ ਮਾਹਿ ਮਿਟਾਵੋ। ਗੁਰੂ ਦੇ ਚਰਨੀ ਲੱਗ ਕੇ ਕਲੇਸ਼ ਮਿਟਣਾ ਅਤਿਅੰਤ ਜ਼ਰੂਰੀ ਹੈ। ਸਤਿਗੁਰ ਸੱਚਾ ਸਾਹੋ ਹੈ, ਸਤਿਗੁਰੂ ਸੱਚਾ ਸਾਹ ਹੈ ਜਿਹੜਾ ਸਾਨੂੰ ਗੁਣ ਦਿੰਦਾ, ਅਵਗੁਣ ਸਾਡੇ ਲੈ ਲੈਂਦਾ। ਅਵਗੁਣ ਵਿਕਣਾ ਗੁਣ ਰਵਾ ਬਲ ਰਾਮ ਜੀਓ। ਇਸ ਤੁਕ ਤੇ ਆਪਾਂ ਵੀ ਅਮਲ ਕਰੀਏ ਨਾ, ਆਪਣੇ ਔਗਣ ਛੱਡਣੇ ਸ਼ੁਰੂ ਕਰੀਏ। ਇੱਕ ਇੱਕ ਕਰਕੇ, ਅੱਧਾ ਅੱਧਾ ਕਰਕੇ, ਥੋੜਾ ਥੋੜਾ ਕਰਕੇ ਹਰ ਰੋਜ਼ ਅਭਿਆਸ ਕਰੀਏ ਕਿ ਮੈਂ ਇਸ ਔਗਣ ਨੂੰ ਛੱਡਣਾ, ਇਹ ਗੁਣ ਗ੍ਰਹਿਣ ਕਰਨਾ। ਇਹ ਕਰੋ ਪਿਆਰਿਓ। ਸੱਚੇ ਪਾਤਸ਼ਾਹ ਕਿਰਪਾ ਕਰਨ, ਆਪ ਜੀ ਦਾ ਜੀਵਨ ਸੁਖੀ ਹੋਵੇ। ਗੁਰੂ ਚਰਨੀ ਲੱਗਣ ਦਾ ਮਤਲਬ ਇਹ ਹੀ ਹੈ ਕਿ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ। ਸਤਿਗੁਰੂ ਸਿੱਖ ਦਾ ਇਹ ਲੋਕ ਤੇ ਅਗਲਾ ਲੋਕ ਦੋਵੇਂ ਹੀ ਸਵਾਰਦੇ ਨੇ। ਜੇ ਇਸ ਲੋਕ ਦੇ ਵਿੱਚ ਅਸੀਂ ਕਲਪਦੇ, ਕਲੇਸ਼ ਕਰਦੇ, ਇੱਕ ਦੂਜੇ ਨੂੰ ਘਰ 'ਚ ਲੜਦੇ, ਮਾਰਦੇ, ਕੁੱਟਦੇ, ਆਪਾਂ ਮਰ ਗਏ, ਤੇ ਫਿਰ ਅਗਲੇ ਲੋਕ ਦੀ ਤਾਂ ਗੱਲ ਅੱਗੇ ਜਾ ਕੇ ਪਤਾ ਲੱਗੂਗੀ ਨਾ। ਇੱਥੇ ਤੇ ਦੁੱਖ ਹੀ ਰਿਹਾ। ਕਿਉਂ ਦੁੱਖ ਭੋਗਣਾ? ਬਈ ਗੁਰੂ ਦੇ ਚਰਨੀ ਲੱਗੋ, ਗੁਰੂ ਕਾ ਬਚਨ ਮੰਨੋ, ਗੁਰੂ ਕਾ ਬਚਨ ਮੰਨਦੇ ਹੋਏ ਸੁਖੀ ਹੋਵੋ। ਸਾਰੇ ਹੀ ਆਖੋ ਧੰਨ ਸਤਿਗੁਰੂ ਗੋਬਿੰਦ ਸਿੰਘ ਜੀ।